Good morning, my all dear students. Myself Kulbir, lecturer, Political Science, Government Senior Secondary Smart School, the Mall Amritsar. I warmly welcome you all. Students, today we are going to discuss a new topic and this is a topic for plus 2 political science students. So प्यारे बच्चों, तुसी स्क्रीन देख रहे हो और स्क्रीन ਦੇ ਉੱਤੇ ਜਿਹੜੀਆਂ ਪਿਕਚਰਸ ਦੇਖ ਰਹੇ ਹੋ ਹਿਊਮਨ ਰਾਈਟਸ ਦੇ ਨਾਲ ਕੰਸਰਨਡ ਹਨ। ਸੋ ਸਾਡਾ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਉਹ ਹਿਊਮਨ ਰਾਈਟਸ ਦੇ ਨਾਲ ਹੀ ਕੰਸਰਨਡ ਹੈ। ਅੱਜ ਅਸੀਂ ਡਿਸਕਸ ਕਰਾਂਗੇ India and human rights and arrangements made by India to protect the human rights। ਭਾਰਤ ਅਤੇ ਮਨੁੱਖੀ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਭਾਰਤ ਦੁਆਰਾ ਕਿਹੜੇ-ਕਿਹੜੇ ਯਤਨ ਕੀਤੇ ਗਏ ਹਨ, ਇਸ ਦੇ ਬਾਰੇ ਅੱਜ ਅਸੀਂ ਮੇਨ ਡਿਸਕਸ ਕਰਨਾ ਹੈ। ਸੋ ਇਹ +2 ਦੇ ਸਟੂਡੈਂਟਸ ਲਈ ਟੌਪਿਕ ਹੈ। ਸੋ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਇਨਸਾਨ ਇੱਕ ਤਰਕਸ਼ੀਲ ਪ੍ਰਾਣੀ ਹੈ ਔਰ ਅਧਿਕਾਰਾਂ ਦੇ ਨਾਲ ਹੀ ਇਸ ਦਾ ਵਿਕਾਸ ਸੰਭਵ ਹੈ। ਸੋ ਅੱਜ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਹੈ ਕਿ ਇਹ ਸਾਡੇ ਲਈ ਕਿਉਂ ਜ਼ਰੂਰੀ ਹਨ ਔਰ ਇੰਡੀਆ ਨੇ ਇਹਨਾਂ ਦੇ ਸੇਫਗਾਰਡਸ ਲਈ, ਇਹਨਾਂ ਦੀ ਸੁਰੱਖਿਆ ਲਈ ਕੀ ਯਤਨ ਜਿਹੜੇ ਹਨ ਉਹ ਕੀਤੇ ਹਨ। ਸੋ ਲੈਟਸ ਗੋ ਫਾਰ ਦਾ ਟੌਪਿਕ ਹਿਊਮਨ ਰਾਈਟਸ ਇਨ ਇੰਟਰੋਡਕਸ਼ਨ। ਮਨੁੱਖੀ ਅਧਿਕਾਰ ਭੂਮਿਕਾ। ਸੋ ਅਧਿਕਾਰ ਵਿਅਕਤੀ ਦੇ ਵਿਕਾਸ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ। ਜੇ ਅਧਿਕਾਰ ਨਹੀਂ ਤੇ ਵਿਅਕਤੀ ਦਾ ਵਿਕਾਸ ਵੀ ਸੰਭਵ ਨਹੀਂ, ਕਿਉਂਕਿ ਵਿਅਕਤੀ ਇੱਕ ਜਿਉਂਦਾ ਜਾਗਦਾ ਤਰਕਸ਼ੀਲ ਪ੍ਰਾਣੀ ਹੈ ਜਿਹੜਾ ਸੋਚਦਾ ਹੈ, ਸਮਝਦਾ ਹੈ ਤੇ ਵਿਚਾਰਦਾ ਹੈ ਤੇ ਅਧਿਕਾਰਾਂ ਤੋਂ ਬਿਨਾਂ ਉਹ ਗੁਲਾਮੀ ਦੀ ਦਿਸ਼ਾ ਵਿੱਚ ਕਦੀ ਵੀ ਵਿਕਾਸ ਨਹੀਂ ਕਰ ਸਕਦਾ। ਸੋ ਵਿਅਕਤੀ ਜਿਹੜਾ ਹੈ ਉਹ ਸਦੀਆਂ ਤੋਂ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰਦਾ ਆ ਰਿਹਾ ਹੈ। ਸੋ ਇਹਨਾਂ ਦੀ ਪ੍ਰਾਪਤੀ ਲਈ ਹਮੇਸ਼ਾ ਹੀ ਸੰਘਰਸ਼ ਕਰਦਾ ਰਿਹਾ ਔਰ ਦੇਸ਼ਾਂ ਵਿੱਚ ਜਿਹੜਾ ਅੱਜ ਦਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੈ ਉਹ ਵਿਅਕਤੀਆਂ ਲਈ ਕੁਝ ਅਜਿਹੇ ਅਧਿਕਾਰਾਂ ਦੀ ਵਿਵਸਥਾ ਕਰਦੀ ਹੈ ਜੋ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ ਔਰ ਅੱਜ ਹਰ ਰਾਜ ਦੇ ਸੰਵਿਧਾਨ ਵਿੱਚ ਮਨੁੱਖੀ ਅਧਿਕਾਰ ਸ਼ਾਮਲ ਕੀਤੇ ਗਏ ਹਨ। ਸਟੂਡੈਂਟਸ, ਜਿਸ ਤਰ੍ਹਾਂ ਅਸੀਂ ਇੰਡੀਆ ਦੇ ਵਸਨੀਕ ਹਾਂ ਤੇ ਸਾਡੇ ਸੰਵਿਧਾਨ ਦੇ ਵਿੱਚ ਵੀ ਸਾਨੂੰ 6 ਫੰਡਾਮੈਂਟਲ ਰਾਈਟਸ, 6 ਮੌਲਿਕ ਅਧਿਕਾਰ ਜਿਹੜੇ ਹਨ ਉਹ ਦਿੱਤੇ ਗਏ ਹਨ ਤੇ ਉਹਨਾਂ ਦੇ ਦੇਣ ਦੇ ਪਿੱਛੇ ਮੁੱਖ ਕਾਰਨ ਕੀ ਹੈ ਕਿ ਉਹਨਾਂ ਤੋਂ ਬਿਨਾਂ ਕਿਸੇ ਵੀ ਵਿਅਕਤੀ ਦਾ ਵਿਕਾਸ ਜਿਹੜਾ ਹੈ ਉਹ ਸੰਭਵ ਨਹੀਂ ਹੈ। So rights are essential for the all-round development of an individual and that's why from the very beginning individual has been struggling for the rights and in fact the victory of democracy is the victory of the human rights. So democratic system ensures some basic rights to all the individual which are essential for the all-round development. So without rights no development is possible of an individual. So human rights are very essential for the human progress, for the all-round development of an individual. So hopefully you understand well that why the human rights are essential for us। ਸਾਡੇ ਲਈ ਅਧਿਕਾਰ ਕਿਉਂ ਜ਼ਰੂਰੀ ਹਨ। ਸੋ ਅੱਗੇ ਵਧਦੇ ਹਾਂ ਸਟੂਡੈਂਟਸ। our rights, ਸਾਡੇ ਅਧਿਕਾਰ। ਜੇ ਸਾਨੂੰ ਸਾਡੇ ਅਧਿਕਾਰਾਂ ਦਾ ਪਤਾ ਹੋਏਗਾ ਬੱਚਿਓ ਤਾਂ ਹੀ ਅਸੀਂ ਉਹਨਾਂ ਨੂੰ ਮਾਣ ਸਕਦੇ ਹਾਂ। ਜੇ ਸਾਨੂੰ ਪਤਾ ਹੋਏਗਾ ਤਾਂ ਹੀ ਅਸੀਂ ਜਿਸ ਵੀ ਸਮਾਜ ਦੇ ਪ੍ਰਾਣੀ ਹਾਂ ਤੇ ਸਾਨੂੰ ਉੱਥੇ ਰਹਿ ਕੇ ਪਤਾ ਲੱਗੇਗਾ ਕਿ ਅਸੀਂ ਕਿੰਨੇ ਕੁ ਪ੍ਰੋਟੈਕਟਡ ਹਾਂ, ਕਿੰਨੇ ਕੁ ਸੁਰੱਖਿਅਤ ਹਾਂ। ਸੋ ਤੁਹਾਡੀ ਜਾਣਕਾਰੀ ਲਈ ਮੈਂ ਕੁਝ ਰਾਈਟਸ ਜਿਹੜੇ ਹਨ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਮੈਂ ਦੱਸੇ ਹਨ। ਜਿਸ ਤਰ੍ਹਾਂ ਰਾਈਟ ਟੂ ਫਰੀडम, ਸੁਤੰਤਰਤਾ ਦਾ ਅਧਿਕਾਰ ਹੈ। ਰਾਈਟ ਟੂ ਫਰੀडम ਮੀਨਸ ਰਾਈਟ ਟੂ ਥਿੰਕ, ਰਾਈਟ ਟੂ ਸਪੀਕ, ਰਾਈਟ ਟੂ ਐਕਸਪ੍ਰੈਸ ਆਵਰ ਥਾਟਸ, ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਰਾਈਟ ਟੂ ਇਕੁਐਲਿਟੀ, ਸਮਾਨਤਾ ਦਾ ਅਧਿਕਾਰ। ਅਸੀਂ ਸਾਰੇ ਬਰਾਬਰ ਪੈਦਾ ਹੋਏ ਹਾਂ, ਸਾਡੇ ਲਈ ਬਰਾਬਰ ਹੀ ਮੌਕੇ ਹਨ, ਸਾਨੂੰ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਸੋ ਨੋ ਡਿਸਕ੍ਰਿਮੀਨੇਸ਼ਨ ਸ਼ੁੱਡ ਬੀ ਮੇਡ ਔਨ ਦਾ ਬੇਸਿਸ ਆਫ ਕਾਸਟ, ਕਲਰ, ਕ੍ਰੀਡ ਔਰ ਸੈਕਸ। ਵੀ ਆਲ ਆਰ ਇਕੁਅਲ। ਦੈਨ ਰਾਈਟ ਟੂ ਰਿਲੀਜੀਅਸ ਫਰੀडम, ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਧਾਰਮਿਕ ਸੁਤੰਤਰਤਾ ਹਰ ਵਿਅਕਤੀ ਦਾ ਨਿੱਜੀ ਅਧਿਕਾਰ ਹੈ। ਉਹ ਕਿਸ ਦੀ ਪੂਜਾ ਕਰਨਾ ਚਾਹੁੰਦਾ ਹੈ, ਕਿਉਂ ਕਰਨਾ ਚਾਹੁੰਦਾ ਹੈ, ਉਸ ਦਾ ਨਿੱਜੀ ਅਧਿਕਾਰ ਹੈ। ਸੋ ਰਿਲੀਜੀਅਸ ਫਰੀडम ਇਜ਼ ਦਾ ਪਰਸਨਲ ਰਾਈਟ ਆਫ ਐਵਰੀ ਪਰਸਨ। ਪੋਲੀਟੀਕਲ ਰਾਈਟ, ਰਾਜਨੀਤਿਕ ਅਧਿਕਾਰ। ਸਾਨੂੰ ਜਿਸ ਤਰ੍ਹਾਂ ਇੰਡੀਆ 'ਚ ਰਹਿੰਦੇ ਹਾਂ ਤੇ 18 ਸਾਲ ਦੀ ਉਮਰ ਹੋਣ ਤੋਂ ਬਾਅਦ ਹਰ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਉਹ ਇਲੈਕਸ਼ਨਸ ਲੜ ਸਕਦਾ ਹੈ, ਆਪਣੀਆਂ ਰਿਪਰੈਜ਼ੈਂਟੇਟਿਵ ਆਰਗੇਨਾਈਜੇਸ਼ਨਸ ਬਣਾ ਸਕਦਾ ਹੈ। ਉਹ ਫ੍ਰੀ ਫੀਲ ਕਰ ਸਕਦਾ ਹੈ ਕਿ ਉਹਨੂੰ ਆਪਣੇ ਥਾਟਸ ਐਕਸਪ੍ਰੈਸ ਕਰ ਸਕਦਾ ਹੈ, ਗਵਰਨਮੈਂਟ ਦੀ ਵਿੱਚ ਸਿਸਟਮ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ। ਸੋ ਪਰਸਨਲ ਰਾਈਟ, ਨਿੱਜੀ ਜੀਵਨ ਦਾ ਅਧਿਕਾਰ ਹੈ। ਆਪਾਂ ਜਿਸ ਤਰ੍ਹਾਂ ਜਿਉਣਾ ਚਾਹੁੰਦੇ ਹਾਂ ਇਹ ਸਾਡਾ ਪਰਸਨਲ ਰਾਈਟ ਹੈ। ਸੋਸ਼ਲ ਰਾਈਟ, ਅਸੀਂ ਸਾਰੇ ਬਰਾਬਰ ਹਾਂ, ਸਾਨੂੰ ਅਮੀਰ ਗਰੀਬ ਜਾਂ ਇਹ ਜਿਹੜਾ ਫਾਸਲਾ ਹੈ ਇਹ ਨਹੀਂ ਹੋਣਾ ਚਾਹੀਦਾ। ਵੀ ਸ਼ੁੱਡ ਬੀ ਇਕੁਅਲ ਬਿਫੋਰ ਦਾ ਲਾ, ਜਸਟਿਸ ਸ਼ੁੱਡ ਬੀ ਫॉर एवरीवन। सो ये राइट सानू प्राप्त है। इकनॉमिक राइट, हर व्यक्ति नू काम करन दा आर्थिक अधिकार है।
ਆਰਾਮ ਕਰਨ ਦਾ ਔਰ ਮਜ਼ਦੂਰੀ ਕਰਕੇ ਉਸ ਉਹਦੀਆਂ ਜਿਹੜੀਆਂ ਵੇਜਿਸ ਹਨ ਉਹ ਪ੍ਰਾਪਤ ਕਰਨ ਦਾ ਅਧਿਕਾਰ ਹੈ। ਐਂਡ ਐਜੂਕੇਸ਼ਨਲ ਰਾਈਟ, ਵਿਦਿਆ ਦਾ ਅਧਿਕਾਰ, ਜਿਸ ਨੂੰ ਕਿ ਵਿਅਕਤੀ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸਾਨੂੰ ਆਰਟੀਕਲ 21A ਦੇ ਵਿੱਚ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਹਰ ਜਿਹੜਾ ਭਾਰਤ ਸਰਕਾਰ ਵੱਲੋਂ ਕਿ ਹਰ ਬੱਚੇ ਨੂੰ ਜਿਹੜਾ ਹੈ 6 ਤੋਂ 14 ਸਾਲ ਦੇ ਨੂੰ ਫ੍ਰੀ ਐਜੂਕੇਸ਼ਨ ਦਾ ਰਾਈਟ ਦਿੱਤਾ ਗਿਆ ਹੈ। ਮੀਨਸ ਕਿ ਵਿਦਿਆ ਦਾ ਅਧਿਕਾਰ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਬਣਾਇਆ ਗਿਆ ਹੈ, ਕਿਉਂਕਿ ਵਿਦਿਆ ਤੋਂ ਬਿਨਾਂ ਵੀ ਮਨੁੱਖ ਦਾ ਬ੍ਰੇਨ ਡਿਵੈਲਪ ਨਹੀਂ ਹੋ ਸਕਦਾ। ਸੋ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਹਿਊਮਨ ਰਾਈਟਸ ਹਨ ਔਰ ਕੀ ਇਹ ਰਾਈਟਸ ਸਾਡੇ ਸੁਰੱਖਿਅਤ ਹਨ, ਕੀ ਅਸੀਂ ਇਹਨਾਂ ਨੂੰ ਇੰਜੋਏ ਕਰਦੇ ਹਾਂ। ਸੋ ਇਹ ਸਾਡਾ ਅੱਜ ਦਾ ਮੇਨ ਫੋਕਸ ਹੈ ਜਿਸ ਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ। ਸੋ ਹੋਪਫੁਲੀ ਸਟੂਡੈਂਟਸ ਯੂ ਆਲ ਅੰਡਰਸਟੈਂਡ ਵੈਲ। ਨੈਕਸਟ ਵਧਦੇ ਹਾਂ, ਮੀਨਿੰਗ ਐਂਡ ਫਿਲਾਸਫੀ ਆਫ ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦਾ ਅਰਥ ਅਤੇ ਦਰਸ਼ਨ। ਸੋ ਮਨੁੱਖੀ ਜੀਵਨ ਜਿਉਣ ਲਈ ਮਨੁੱਖੀ ਅਧਿਕਾਰ ਜਿਹੜੇ ਹਨ ਉਹ ਸਾਨੂੰ ਚਾਹੀਦੇ ਹਨ, ਉਹ ਬਹੁਤ ਜ਼ਰੂਰੀ ਹਨ, ਕਿਉਂਕਿ ਮਨੁੱਖ ਇੱਕ ਤਰਕਸ਼ੀਲ ਪ੍ਰਾਣੀ ਹੈ, ਜਿਉਂਦਾ ਜਾਗਦਾ ਪ੍ਰਾਣੀ ਹੈ, ਤੇ ਜੇ ਉਹ ਗੁਲਾਮੀ ਦੀ ਦਿਸ਼ਾ ਵਿੱਚ ਕਦੀ ਵੀ ਵਿਕਾਸ ਨਹੀਂ ਕਰ ਸਕਦਾ। ਇਸ ਲਈ ਅਧਿਕਾਰ ਬੱਚਿਓ ਬਹੁਤ ਜ਼ਰੂਰੀ ਹਨ। ਸੋ 10 ਦਸੰਬਰ 1948 ਨੂੰ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ ਮਨੁੱਖੀ ਅਧਿਕਾਰਾਂ ਦੀ ਵਿਸ਼ਵ ਵਿਆਪੀ ਘੋਸ਼ਣਾ ਕੀਤੀ। ਸੋ ਸੰਯੁਕਤ ਰਾਸ਼ਟਰ ਸੰਘ एक इंटरनेशनल ऑर्गेनाइजेशन है दैट इज क्रिएटेड फॉर द वर्ल्ड पीस, और इस दी महासभा संयुक्त राष्ट्र की महासभा जिसनों के विश्व संसद किया जाता है, उसने 10 दसंबर 1948 ਨੂੰ विश्व व्यापी ਹਿਊਮਨ ਰਾਈਟਸ ਦੀ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਕੀਤੀ। ਔਰ ਇਸੇ ਲਈ 10 ਦਸੰਬਰ ਜਿਹੜਾ ਹੈ ਉਹ ਮਨੁੱਖੀ ਅਧਿਕਾਰ ਦਿਵਸ ਵਜੋਂ ਸਾਰੇ ਹੀ ਦੁਨੀਆ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ। So those rights without which we can't think of human life and can be included in the list of human rights. So on December 10, 1948, the General Assembly of the United Nations Organization had adopted Universal Declaration of Human Rights. As a result of this, 10th December is celebrated as Human Rights Day throughout the world. So when the human rights were declared, they were declared on 10th December 1948 by the General Assembly of the United Nations Organization, and since that time 10th December is celebrated as a Human Rights Day throughout the world. So now students, we have understand that without the rights the human progress or the human development is not possible, and that's why the General Assembly of the United Nations Organizations declared the Human Rights Day. So I hope students you all understand well. Next ਵਧਦੇ ਹਾਂ, basic principles of human rights, ਮਨੁੱਖੀ ਅਧਿਕਾਰਾਂ ਦੇ ਮੁੱਖ ਸਿਧਾਂਤ ਕੀ ਹਨ। ਸੋ ਇਸ ਦੇ ਬਾਰੇ ਡਿਸਕਸ ਕਰਾਂਗੇ। ਮਨੁੱਖੀ ਅਧਿਕਾਰਾਂ ਦੇ ਘੋਸ਼ਣਾ ਪੱਤਰ ਦੀ ਧਾਰਾ 1 ਅਨੁਸਾਰ ਸਾਰੇ ਮਨੁੱਖੀ ਜੀਵ ਸੁਤੰਤਰ ਹਨ ਤੇ ਸਮਾਨ ਹਨ ਤੇ ਹਰ ਇੱਕ ਕੋਲ ਤਰਕ ਅਤੇ ਆਤਮਾ ਹੈ। ਸੋ ਸਾਰਿਆਂ ਨੂੰ ਆਪਸੀ ਮਿਲਵਰਤਨ ਤੇ ਭਰਾਤਰੀ ਭਾਵ ਦੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ। ਸੋ ਸਟੂਡੈਂਟਸ, ਇੱਥੇ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਸੰਯੁਕਤ ਰਾਸ਼ਟਰ ਸੰਘ ਦੀ ਮਹਾਸਭਾ ਨੇ ਜਿਹੜਾ ਘੋਸ਼ਣਾ ਪੱਤਰ ਹੈ ਉਹਦੇ ਵਿੱਚ 30 ਆਰਟੀਕਲ ਜਿਹੜੇ ਹਨ, ਧਾਰਾਵਾਂ ਦਿੱਤੀਆਂ ਹਨ, ਔਰ ਜਿਹੜੇ ਬੇਸਿਕ ਪ੍ਰਿੰਸੀਪਲਸ ਹਨ, ਆਪਾਂ ਜਿਹੜੇ ਵੀ ਮਰਜ਼ੀ ਦੇਸ਼ 'ਚ ਰਹਿੰਦੇ ਹਾਂ, ਇੰਡੀਆ 'ਚ ਰਹਿੰਦੇ, ਪਾਕਿਸਤਾਨ, ਬੰਗਲਾਦੇਸ਼ ਜਾਂ ਅਮਰੀਕਾ 'ਚ ਰਹਿੰਦੇ ਹਨ, ਹਰ ਮਨੁੱਖ ਨੂੰ ਹਰ ਥਾਂ ਦੇ ਉੱਤੇ ਰਾਈਟਸ ਚਾਹੀਦੇ ਹਨ। ਸੋ ਇੱਥੇ ਆਪਾਂ ਬੇਸਿਕ ਪ੍ਰਿੰਸੀਪਲਸ ਦੀ ਗੱਲ ਕਰ ਰਹੇ ਹਾਂ। ਔਰ ਕਿਹੜੇ ਘੋਸ਼ਣਾ ਪੱਤਰ ਦੀ, ਜਿਹੜੇ ਕਿ ਮਹਾਸਭਾ ਨੇ ਡਿਕਲੇਅਰ ਕੀਤਾ, ਉਹਦੇ ਆਰਟੀਕਲ 1 ਦੇ ਵਿੱਚ ਜਿਹੜਾ ਪ੍ਰਿੰਸੀਪਲ ਲਿਖਿਆ, ਉਹਨੇ ਕਿਹਾ ਕਿ ਮਨੁੱਖ ਕਿਤੇ ਵੀ ਰਹਿੰਦਾ ਹੈ ਉਹ ਸੁਤੰਤਰ ਹੈ ਤੇ ਸਮਾਨ ਹੈ ਤੇ ਉਸਦੇ ਕੋਲ ਤਰਕ ਹੈ ਤੇ ਆਤਮਾ ਹੈ। ਇਸ ਲਈ ਉਹਨੂੰ ਜਿੱਥੇ ਵੀ ਰਹਿ ਰਿਹਾ ਹੈ ਉਹਨੂੰ ਪੂਰੀ ਤਰ੍ਹਾਂ ਭਰਾਤਰੀ ਭਾਵ, ਪ੍ਰੇਮ ਪਿਆਰ ਦੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਤੇ ਰਹਿਣਾ ਚਾਹੀਦਾ ਹੈ। ਘੋਸ਼ਣਾ ਦੀ ਧਾਰਾ 2 ਅਨੁਸਾਰ ਹਰ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਘੋਸ਼ਣਾ ਵਿੱਚ ਸ਼ਾਮਲ ਅਧਿਕਾਰਾਂ, ਸੁਤੰਤਰਤਾ ਤੇ ਨਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੈ। ਮੀਨਸ ਕਿ ਜਿਹੜਾ ਵਿਅਕਤੀ ਜਿੱਥੇ ਵੀ ਰਹਿੰਦਾ ਹੈ ਉਹਦਾ ਹੱਕ ਹੈ ਕਿ ਉਹ ਸੁਤੰਤਰਤਾ ਦਾ ਅਧਿਕਾਰ ਵੀ ਮਾਣੇ, ਉਹ ਨਿਆਂ ਲੈਣ ਦੇ ਯੋਗ ਵੀ ਹੈ ਤੇ ਉਹਨੂੰ ਆਪਣੇ ਮੁੱਢਲੇ ਅਧਿਕਾਰ ਜਿਹੜੇ ਹਨ ਉਹਨਾਂ ਨੂੰ ਮੰਨਣ ਦਾ ਹੱਕ ਹੈ। ਇਹ ਬੇਸਿਕ ਪ੍ਰਿੰਸੀਪਲ ਹੈ। Then so Article 1 of the Declaration of Human Rights, it's written that all the human beings are born free and equal, and everybody has a soul and reason. So every person has a soul and every person has a reason to think, to take deliberate
decision. So all are born free. And Article 2 says that everyone is entitled to rights and freedom. So every person is enabled to enjoy the rights and freedoms. So here no one should be discriminated on any basis. All our individuals are entitled to the rights and the freedom. So ਇਹ ਆਪਾਂ basic principle ਜਿਹੜੇ ਹਨ ਉਹਨਾਂ ਨੂੰ ਡਿਸਕਸ ਕੀਤਾ ਹੈ। ਨੈਕਸਟ ਵਧਦੇ ਹਾਂ ਸਟੂਡੈਂਟਸ, ਕਰੈਕਟਰਿਸਟਿਕਸ ਆਫ ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ। ਔਰ ਵਿਸ਼ੇਸ਼ਤਾਵਾਂ ਵੀ ਆਪਾਂ ਜਿਹੜੇ ਵੀ ਮਰਜ਼ੀ ਦੇਸ਼ ਦੇ ਨਾਗਰਿਕ ਹਾਂ, ਵਿਸ਼ੇਸ਼ਤਾਵਾਂ ਜਿਹੜੀਆਂ ਹਨ ਉਹ ਆਲਮੋਸਟ ਹਰ ਦੇਸ਼ ਦੇ ਵਿੱਚ ਸੇਮ ਹੀ ਹਨ, ਕਿਉਂਕਿ ਮਨੁੱਖ ਇੱਕ ਆਲਰੇਡੀ ਮੈਂ ਦੱਸ ਚੁੱਕੀ ਹਾਂ ਕਿ ਤਰਕਸ਼ੀਲ ਪ੍ਰਾਣੀ ਹੈ, ਜਿਉਂਦਾ ਜਾਗਦਾ ਪ੍ਰਾਣੀ ਹੈ, ਸੋਚਦਾ ਹੈ, ਸਮਝਦਾ ਹੈ, ਵਿਚਾਰਦਾ ਹੈ, ਤੇ ਇਸ ਲਈ ਉਹ ਅਧਿਕਾਰਾਂ ਨੂੰ ਵੀ ਮੰਨਦਾ ਹੈ। ਤੇ ਉਸ ਦੀਆਂ ਆਪਾਂ ਵਿਸ਼ੇਸ਼ਤਾਵਾਂ ਡਿਸਕਸ ਕਰ ਰਹੇ ਹਾਂ ਕਿ ਹਿਊਮਨ ਰਾਈਟਸ ਦੀਆਂ ਵਿਸ਼ੇਸ਼ਤਾਵਾਂ ਖਾਸ ਕਿਹੜੀਆਂ ਹਨ। ਸੋ ਮਨੁੱਖੀ ਅਧਿਕਾਰਾਂ ਦਾ ਆਰੰਭ ਪ੍ਰਸਤਾਵਨਾ ਨਾਲ ਹੁੰਦਾ ਹੈ, ਜਿਸ ਵਿੱਚ ਮਨੁੱਖੀ ਅਧਿਕਾਰਾਂ ਦੇ ਉਦੇਸ਼ਾਂ ਨੂੰ ਸਪਸ਼ਟ ਕੀਤਾ ਗਿਆ ਹੈ। ਸੋ ਜਿਹੜਾ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਪੱਤਰ ਹੈ ਉਹ ਪ੍ਰਸਤਾਵਨਾ ਨਾਲ ਸ਼ੁਰੂ ਹੋਈ ਹੈ, ਤੇ ਜਿਸ ਦੇ ਵਿੱਚ ਇਹ ਉਦੇਸ਼ ਵਰਣਨ ਕੀਤੇ ਗਏ ਹਨ ਕਿ ਮਨੁੱਖੀ ਅਧਿਕਾਰਾਂ ਦਾ ਆਦੇਸ਼ ਮਨੁੱਖ ਦਾ ਸਰਬਪੱਖੀ ਵਿਕਾਸ ਹੈ। So Declaration of Human Rights starts with the preamble, and it includes the objectives of human rights, and the objectives of human rights are the all-round development of an individual. ਮਨੁੱਖੀ ਅਧਿਕਾਰਾਂ ਦਾ ਵਿਸ਼ਾ ਵਿਅਕਤੀ ਹੈ, ਰਾਜ ਨਹੀਂ ਹੈ। ਸੋ ਜਿਹੜਾ ਵਿਅਕਤੀ ਹੈ, ਮਨੁੱਖ ਹੈ, ਉਹ ਸਰਵ ਸ੍ਰੇਸ਼ਟ ਹੈ ਤੇ ਅਧਿਕਾਰਾਂ ਦੇ ਨਾਲ ਉਸ ਦਾ ਸਰਬਪੱਖੀ ਵਿਕਾਸ ਹੈ। ਜਿਹੜਾ ਰਾਜ ਹੈ ਉਹ ਉਸ ਦੇ ਸਰਬਪੱਖੀ ਵਿਕਾਸ ਲਈ ਯਤਨ ਕਰੇਗਾ, ਉਸ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਪ੍ਰੋਪਰ ਸਟੈਪਸ ਲਏਗਾ। ਸੋ ਇਹਦੇ ਵਿੱਚ ਵਿਸ਼ਾ ਜਿਹੜਾ ਹੈ ਉਹ ਮਨੁੱਖ ਹੈ, ਨਾ ਕਿ ਰਾਜ। ਸੋ ਹਿਊਮਨ ਬੀਇੰਗਸ ਆਰ ਸਬਜੈਕਟ ਮੈਟਰ ਆਫ ਹਿਊਮਨ ਰਾਈਟਸ, not the state. So human beings are superior to state, and the state will make the steps to safeguard the human rights. So next ਵਧਦੇ ਹਾਂ। Again characteristics ਮੈਂ ਕੰਟੀਨਿਊ ਕਰ ਰਹੀ ਹਾਂ। ਮਨੁੱਖੀ ਅਧਿਕਾਰ ਸਰਬ ਵਿਆਪਕ ਹਨ ਤੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਪ੍ਰਾਪਤ ਹਨ। ਸੋ ਸਟੂਡੈਂਟਸ, ਅਸੀਂ ਜਿਹੜੀ ਮਰਜ਼ੀ ਸੁਸਾਇਟੀ 'ਚ ਰਹਿੰਦੇ ਹਾਂ, ਜਿਸ ਵੀ ਮਰਜ਼ੀ ਦੇਸ਼ ਵਿੱਚ ਰਹਿੰਦੇ ਹਾਂ, ਹਰ ਥਾਂ ਦੇ ਉੱਤੇ ਜਿਹੜੇ ਰਾਈਟਸ ਹਨ ਉਹ ਦਿੱਤੇ ਗਏ ਹਨ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਰਾਈਟਸ ਤੋਂ ਬਿਨਾਂ ਮਨੁੱਖ ਦਾ ਵਿਕਾਸ ਸੰਭਵ ਨਹੀਂ ਹੈ। ਉਹ ਕਦੀ ਵੀ ਗੁਲਾਮ ਨਹੀਂ ਬਣ ਸਕਦਾ, ਕਦੀ ਵੀ ਗੁਲਾਮ ਨਹੀਂ ਰਹਿ ਸਕਦਾ। ਉਸ ਦਾ ਜੇ ਉਹਨੂੰ ਗੁਲਾਮ ਬਣਾਇਆ ਜਾਏਗਾ ਤੇ ਉਹਦਾ ਮਾਨਸਿਕ ਤੇ ਸਰੀਰਕ ਸੰਤੁਲਨ ਜਿਹੜਾ ਹੈ, ਬੈਲੈਂਸ, ਉਹ ਖਰਾਬ ਹੋਏਗਾ। ਸੋ ਇਹ ਸਰਬ ਵਿਆਪਕ ਹਨ। ਹਰ ਸਮਾਜ ਵਿੱਚ, ਹਰ ਥਾਂ ਦੇ ਉੱਤੇ ਹਿਊਮਨ ਰਾਈਟਸ ਜਿਹੜੇ ਹਨ ਉਹ ਦਿੱਤੇ ਜਾਂਦੇ ਹਨ, ਕਿਉਂਕਿ ਮਨੁੱਖ ਦਾ ਵਿਕਾਸ ਇਹਨਾਂ ਤੋਂ ਬਿਨਾਂ ਸੰਭਵ ਨਹੀਂ ਹੈ। So human rights are universal, and every individual gets without discrimination. So everywhere, wherever we live, in which country we live, we enjoy the human rights because they are universal, and without the human rights, no person can get progress. ਮਨੁੱਖੀ ਅਧਿਕਾਰ ਵਿਸਤ੍ਰਿਤ ਸਰੂਪ ਦੇ ਹਨ ਤੇ ਘੋਸ਼ਣਾ ਦੀਆਂ 30 ਧਾਰਾਵਾਂ ਵਿੱਚ ਇਹ ਅਧਿਕਾਰ ਸ਼ਾਮਲ ਹਨ। ਸੋ ਮਨੁੱਖੀ ਅਧਿਕਾਰਾਂ ਨੂੰ ਬਹੁਤ ਹੀ ਵਿਸਥਾਰ ਦੇ ਵਿੱਚ ਇੱਕ ਇੱਕ ਅਧਿਕਾਰ ਨੂੰ ਦੱਸਿਆ ਗਿਆ ਹੈ, ਬਿਆਨਿਆ ਗਿਆ ਹੈ, ਤੇ ਇਹਦੀਆਂ 30 ਧਾਰਾਵਾਂ ਹਨ ਘੋਸ਼ਣਾ ਪੱਤਰ ਦੇ ਵਿੱਚ, ਜਿਨ੍ਹਾਂ ਨੂੰ ਬਹੁਤ ਡਿਟੇਲ ਦੇ ਵਿੱਚ ਉਹਦੇ ਆਬਜੈਕਟਿਵਸ ਜਿਹੜੇ ਹਨ ਉਹ ਲਿਖੇ ਗਏ ਹਨ। ਸੋ ਹਿਊਮਨ ਰਾਈਟਸ ਆਰ ਐਕਸਪਲੇਨੇਟਰੀ in nature and included in 30 articles. So the declaration document has 30 articles related with the human rights. So they are very explanatory, they are explained in detail. ਮਨੁੱਖੀ ਅਧਿਕਾਰ ਅਸੀਮਤ ਨਹੀਂ ਹਨ, ਇਹ ਸੀਮਾ ਵਿੱਚ ਰਹਿ ਕੇ ਹੀ ਮਾਣੇ ਜਾ ਸਕਦੇ ਹਨ। ਸਟੂਡੈਂਟਸ, ਬਿਲਕੁਲ ਠੀਕ ਹੈ, ਅਸੀਂ ਜਿਸ ਵੀ ਸਮਾਜ ਵਿੱਚ ਰਹਿੰਦੇ ਹਾਂ ਤਾਂ ਇੱਕ ਦਾ ਅਧਿਕਾਰ ਦੂਜੇ ਦੀ ਡਿਊਟੀ ਹੈ। ਇੱਕ ਦਾ ਅਧਿਕਾਰ ਦੂਜੇ ਦੇ ਅਧਿਕਾਰ ਵਿੱਚ ਕਦੀ ਵੀ ਰੁਕਾਵਟ ਨਹੀਂ ਬਣ ਸਕਦਾ। ਇਹ ਡਿਸਿਪਲਿਨ ਵਿੱਚ ਰਹਿ ਕੇ ਸਟੇਟ ਵਿੱਚ ਹੀ ਮਾਣੇ ਜਾ ਸਕਦੇ ਹਾਂ। ਸੋ ਹਿਊਮਨ ਰਾਈਟਸ ਆਰ ਨਾਟ ਐਬਸੋਲਿਊਟ, they are not unlimited and can be enjoyed within limitations. So human rights can be enjoyed within discipline and within limitations. They can never be absolute. ਜੇ ਐਬਸੋਲਿਊਟ ਹੋਣਗੇ ਤਾਂ ਇਹ ਸੁਸਾਇਟੀ ਲਈ, ਸਮਾਜ ਲਈ ਡੇਂਜਰਸ ਹੁੰਦੇ ਨੇ। ਸੋ ਸਟੂਡੈਂਟਸ, ਇਹ ਅਸੀਂ ਡਿਸਕਸ ਕੀਤੀਆਂ ਕੁਝ ਕਰੈਕਟਰਿਸਟਿਕਸ ਹਿਊਮਨ ਰਾਈਟਸ ਦੀਆਂ। ਇਹ ਹਰ ਸੁਸਾਇਟੀ, ਹਰ ਸਮਾਜ, ਹਰ ਦੇਸ਼ ਵਿੱਚ ਐਪਲੀਕੇਬਲ ਨੇ। ਸੋ ਹਿਊਮਨ ਆਪਾਂ ਡਿਸਕਸ ਕਰ ਲਿਆ ਕਿ ਮਨੁੱਖ ਦਾ ਵਿਕਾਸ ਅਧਿਕਾਰਾਂ ਦੇ ਨਾਲ ਹੀ ਸੰਭਵ ਹੈ। ਜੇ ਤੁਹਾਨੂੰ ਕੁਐਸਚਨ ਆਉਂਦਾ ਹੈ 4 ਜਾਂ 6 ਮਾਰਕਸ ਦਾ
ਕਿ ਮਨੁੱਖੀ ਅਧਿਕਾਰਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਵਰਣਨ ਕਰੋ ਤੇ ਤੁਸੀਂ ਇਹ ਜਿਹੜੀਆਂ ਆਪਾਂ 5 ਡਿਸਕਸ ਕੀਤੀਆਂ ਹਨ ਤੁਸੀਂ ਇਹਨਾਂ ਨੂੰ ਲਿਖ ਸਕਦੇ ਹੋ। ਅੱਗੇ ਵਧਦੇ ਹਾਂ ਸਟੂਡੈਂਟਸ। ਅਰੇਂਜਮੈਂਟਸ ਮੇਡ ਬਾਈ ਇੰਡੀਆ ਟੂ ਪ੍ਰੋਟੈਕਟ ਹਿਊਮਨ ਰਾਈਟਸ, ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੇ ਗਏ ਯਤਨ। ਸੋ ਸਟੂਡੈਂਟਸ, ਜਿਸ ਤਰ੍ਹਾਂ ਮੈਂ ਤੁਹਾਨੂੰ ਬੇਸਿਕ ਨੌਲੇਜ ਕਰਵਾਇਆ ਕਿ ਕੀ ਹਨ ਹਿਊਮਨ ਰਾਈਟਸ ਔਰ ਕਿਹੜੇ-ਕਿਹੜੇ ਹਿਊਮਨ ਰਾਈਟਸ ਸਾਨੂੰ ਪ੍ਰਾਪਤ ਹਨ ਜਿਨ੍ਹਾਂ ਦੇ ਨਾਲ ਕਿ ਸਾਡਾ ਵਿਕਾਸ ਜਿਹੜਾ ਹੈ ਉਹ ਸੰਭਵ ਹੈ, ਔਰ ਹਰ ਸਟੂਡੈਂਟ ਨੂੰ, ਹਰ ਵਿਅਕਤੀ ਨੂੰ ਇਹਨਾਂ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਜਿਹੜੇ ਵੀ ਸਮਾਜ 'ਚ ਰਹਿੰਦਾ ਹੈ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਸੋ ਆਰ ਟੂਡੇਜ਼ ਮੇਨ ਫੋਕਸ ਇਜ਼ ਅਰੇਂਜਮੈਂਟਸ ਮੇਡ ਬਾਈ ਇੰਡੀਆ ਟੂ ਪ੍ਰੋਟੈਕਟ ਦਾ ਹਿਊਮਨ ਰਾਈਟਸ। ਹੁਣ ਅਸੀਂ ਇਹ ਗੱਲ ਕਰਨੀ ਹੈ ਕਿ ਜਿਹੜੇ ਹਿਊਮਨ ਰਾਈਟਸ ਸਾਨੂੰ ਮਿਲੇ ਹੋਏ ਹਨ ਤੇ ਉਹਨਾਂ ਲਈ ਭਾਰਤ ਜਿਹੜਾ ਹੈ ਉਸਨੇ ਕੀ ਜਿਹੜੇ ਕਦਮ ਹਨ ਉਹ ਚੁੱਕੇ ਹਨ ਜਾਂ ਕੀ ਪ੍ਰਬੰਧ ਕੀਤੇ ਹਨ। ਸੋ ਫਸਟ ਹੈ ਭਾਰਤ ਦੀ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ ਪੱਤਰ ਪ੍ਰਤੀ ਵਚਨਬੱਧਤਾ, ਇੰਡੀਆਜ਼ ਕਮਿਟਮੈਂਟ ਟੂਵਰਡਸ ਦਾ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ। ਸੋ ਭਾਰਤ ਜਿਹੜਾ ਹੈ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਹੈ। 1945 ਵਿੱਚ ਸੰਯੁਕਤ ਰਾਸ਼ਟਰ ਜਿਹੜਾ ਉਹ ਹੋਂਦ ਵਿੱਚ ਆਇਆ ਤੇ ਭਾਰਤ ਉਦੋਂ ਤੋਂ ਹੀ ਇਸ ਦਾ ਮੈਂਬਰ ਹੈ। ਸੋ ਸੰਯੁਕਤ ਰਾਸ਼ਟਰ ਦੁਆਰਾ ਬਣਾਏ ਗਏ ਮਨੁੱਖੀ ਅਧਿਕਾਰ ਜੋ ਕਿ ਘੋਸ਼ਣਾ ਪੱਤਰ ਵਿੱਚ ਸ਼ਾਮਲ ਹਨ, ਅਧਿਕਾਰ ਤੇ ਸੁਤੰਤਰਤਾਵਾਂ ਦੀ ਰਾਖੀ ਲਈ ਭਾਰਤ ਜਿਹੜਾ ਹੈ ਇਸਨੇ ਆਪਣੀ ਪੂਰੀ ਵਚਨਬੱਧਤਾ ਦਿੱਤੀ ਹੈ। ਭਾਰਤ ਨੇ 10 ਦਸੰਬਰ 1948 ਨੂੰ ਜਿਹੜਾ ਮਨੁੱਖੀ ਅਧਿਕਾਰਾਂ ਦਾ ਘੋਸ਼ਣਾ ਪੱਤਰ ਉੱਤੇ ਆਪਣੀ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਹੈ ਔਰ ਉਸਨੇ ਭਾਰਤ ਨੇ ਕਮਿਟ ਕੀਤਾ ਹੈ ਕਿ ਉਹ ਇਹਨਾਂ ਦੀ ਰਾਖੀ ਲਈ ਹਰ ਤਰ੍ਹਾਂ ਦੇ ਨਾਲ ਯਤਨਸ਼ੀਲ ਰਹੇਗਾ। So India is fully committed to the rights and liberties included in the Declaration of Human Rights and signed on the Universal Declaration of Human Rights on December 10, 1948. So India is very much committed to the Declaration of Human Rights that was declared on 10th December 1948, and India signed on it, and India gave a commitment that it will protect the rights mentioned in this declaration document. So hopefully students you all understand well. Next ਵਧਦੇ ਹਾਂ। ਭਾਰਤ ਦੇ ਨਾਗਰਿਕਾਂ ਨੂੰ ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਪ੍ਰਦਾਨ ਕਰਨ ਦੀ ਵਚਨਬੱਧਤਾ। ਸੋ ਭਾਰਤ ਜਿਹੜਾ ਹੈ ਆਪਣੇ ਨਾਗਰਿਕਾਂ ਨੂੰ ਨਿਆਂ ਪ੍ਰਦਾਨ ਕਰੇਗਾ, ਸੁਤੰਤਰਤਾ ਦੇਗਾ, ਸਮਾਨਤਾ ਦੇਗਾ ਅਤੇ ਭਰਾਤਰੀ ਭਾਵ ਪ੍ਰਦਾਨ ਕਰੇਗਾ। ਔਰ ਈਵਨ ਸਾਡੇ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਉਸ ਦੇ ਵਿੱਚ ਲਿਖਿਆ ਹੈ ਕਿ ਸੰਵਿਧਾਨ ਦਾ ਮੁੱਖ ਉਦੇਸ਼ ਕੀ ਹੈ ਕਿ ਨਾਗਰਿਕਾਂ ਨੂੰ ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਪ੍ਰਦਾਨ ਕਰਨਾ। ਮੀਨਸ ਕਿ ਜਿਹੜੇ ਨਾਗਰਿਕ ਹਨ ਉਹ ਭਾਰਤ ਵਿੱਚ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਕਿ ਉਹ ਸੁਤੰਤਰ ਹਨ, ਸਮਾਨ ਹਨ ਤੇ ਉਹਨਾਂ ਨੂੰ ਨਿਆਂ ਮਿਲਦਾ ਹੈ। So India's commitment to provide justice, liberty, equality and fraternity to its citizen, and even in the preamble of the Constitution these words are written that the objective of the preamble is to provide justice, liberty, equality and fraternity to the citizen. So this is also the commitment of India towards the human rights. ਸੰਵਿਧਾਨ ਵਿੱਚ ਮੌਲਿਕ ਅਧਿਕਾਰ ਸ਼ਾਮਲ ਕੀਤੇ ਗਏ ਹਨ। ਸੋ ਸਟੂਡੈਂਟਸ, ਵੈਰੀ ਇੰਪੋਰਟੈਂਟ ਇਹ ਸਟੈਪ ਕਿ ਸੰਵਿਧਾਨ ਦੇ ਤੀਸਰੇ ਅਧਿਆਏ ਵਿੱਚ 12 ਤੋਂ 35 ਧਾਰਾ ਦੇ ਵਿੱਚ ਸਾਨੂੰ 6 ਮੌਲਿਕ ਅਧਿਕਾਰ ਜਿਹੜੇ ਹਨ ਉਹ ਦਿੱਤੇ ਗਏ ਹਨ, ਜਿਹੜੇ ਕਿ ਨਿਆਂਯੁਕਤ ਹਨ, ਜਿਨ੍ਹਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਹੈ। ਕਿਉਂਕਿ ਜੇ ਕਿਸੇ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਜਾਂ ਉਹ ਪ੍ਰੋਟੈਕਟਡ ਫੀਲ ਨਹੀਂ ਕਰਦਾ ਤੇ ਉਹ ਕੋਰਟ ਵਿੱਚ ਜਾ ਸਕਦਾ ਹੈ। ਉਹ 6 ਅਧਿਕਾਰ ਕਿਹੜੇ ਹਨ? ਸਮਾਨਤਾ ਦਾ ਅਧਿਕਾਰ ਹੈ, ਸੁਤੰਤਰਤਾ ਦਾ ਅਧਿਕਾਰ ਹੈ, ਸ਼ੋਸ਼ਣ ਵਿਰੁੱਧ ਅਧਿਕਾਰ ਹੈ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰਕ ਤੇ ਵਿਦਿਅਕ ਅਧਿਕਾਰ ਤੇ ਸੰਵਿਧਾਨਕ ਉਪਾਵਾਂ ਦਾ ਅਧਿਕਾਰ ਸਾਨੂੰ ਦਿੱਤਾ ਗਿਆ ਹੈ। So fundamental rights are included in chapter 3rd of the Constitution from Article 12 to 35, and 6 fundamental rights are granted to every citizen of India, and these 6 fundamental rights are right to equality, right to freedom, right against exploitation, right to religious freedom, educational and cultural right, and constitutional remedies right. These rights are justiciable, they are legally recognized, and if any person thinks that he is not protected and his fundamental rights are encroached by someone, then that person can go to the courts for the protection. So this is also India's commitment towards the human rights. Next ਵਧਦੇ ਹਾਂ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਵਿਧਾਨ ਵਿੱਚ ਸ਼ਾਮਲ ਕੀਤੇ ਗਏ ਹਨ। ਸੰਵਿਧਾਨ ਦੇ ਚੌਥੇ ਅਧਿਆਏ ਧਾਰਾ 36 ਤੋਂ 52 ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਹਨ ਸ਼ਾਮਲ ਕੀਤੇ ਗਏ ਹਨ,
जिन्हां दा उद्देश्य की है समाजिक ते आर्थिक न्याय प्रदान करना। और ये जिहड़े निर्देशक सिद्धांत हैं ये समय दीआं सरकारां लई दिशा निर्देश हैं कि वो देश नूं कल्याणकारी बनाउण दे विच वध तों वध यतन करनगियां ते मनुखी अधिकार जिहड़े हैं उन्हां दी रक्षा भी करनगियां। So directive principles of state policies are included in chapter 4th of the constitution from article 36 to 51, and the objective of these directive principles is to provide social and economic justice to all the individuals of India, and these directive principles are the guidelines of the present governments that they will ensure that they will try to make the state a welfare state and provide economic and social justice to all individuals. So this is also the commitment towards the human rights. Next ਵਧਦੇ ਹਾਂ ਕੇਂਦਰ ਅਤੇ ਰਾਜਾਂ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗਾਂ ਦੀ ਸਥਾਪਨਾ। ਸੋ ਸਟੂਡੈਂਟਸ 18 ਦਸੰਬਰ 1993 ਨੂੰ ਪਾਸ ਕੀਤੇ ਗਏ ਕਾਨੂੰਨ ਅਧੀਨ ਕੇਂਦਰ ਅਤੇ ਰਾਜਾਂ ਵਿੱਚ ਮਨੁੱਖੀ ਅਧਿਕਾਰ ਆਯੋਗਾਂ ਦੀ ਸਥਾਪਨਾ ਜਿਹੜੀ ਹੈ ਉਹ ਕੀਤੀ ਗਈ, ਜੋ ਕਿ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਦੀ ਤਰ੍ਹਾਂ ਕੰਮ ਕਰਦੇ ਹਨ। ਸੋ ਆਯੋਗ, ਜਿਹਨੂੰ ਪੰਜਾਬੀ 'ਚ ਆਯੋਗ ਤੇ ਇੰਗਲਿਸ਼ 'ਚ ਕਮਿਸ਼ਨ ਕਿਹਾ ਜਾਂਦਾ ਹੈ, ਇਹ ਕਿਉਂ ਸਥਾਪਿਤ ਕੀਤੇ ਗਏ ਤਾਂ ਕਿ ਇਸ ਚੀਜ਼ ਦਾ ਧਿਆਨ ਰੱਖਣ ਕਿ ਕੀ ਮਨੁੱਖੀ ਅਧਿਕਾਰ ਸੁਰੱਖਿਅਤ ਹਨ, ਕਿ ਮਨੁੱਖਾਂ ਦੇ ਨਾਲ ਕੋਈ ਇਹੋ ਜਿਹਾ ਵਿਤਕਰਾ ਤੇ ਨਹੀਂ ਹੋ ਰਿਹਾ, ਕਿ ਉਹ ਸਮਾਜ ਦੇ ਵਿੱਚ ਰਹਿ ਕੇ ਖੁਸ਼ ਹਨ। ਸੋ ਇਹਦੇ ਜੇ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਮਨੁੱਖੀ ਅਧਿਕਾਰ ਕੇਂਦਰ ਤੇ ਰਾਜਾਂ ਵਿੱਚ ਕਿਉਂ ਮਨੁੱਖੀ ਅਧਿਕਾਰ ਆਯੋਗ ਕਿਉਂ ਸਥਾਪਿਤ ਕੀਤੇ ਗਏ, ਤੇ ਤੁਸੀਂ ਇਹਦਾ ਆਨਸਰ ਕੀ ਲਿਖੋਗੇ? ਤੁਸੀਂ ਲਿਖੋਗੇ ਕਿ ਇਹਨਾਂ ਦੀ ਸਥਾਪਨਾ ਦਾ ਮੁੱਖ ਕਾਰਨ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਦੀ ਤਰ੍ਹਾਂ ਕੰਮ ਕਰਦੇ ਹਨ। ਸੋ establishment of National Human Rights Commission in center and state, and the law was passed on 18 December 1993 to establish Human Rights Commission both at center and state levels, which works as a watchdog of human rights. So they work as a protector or as a watchdog of the, as a guardian of the human rights. Next ਵਧਦੇ ਹਾਂ students, ਨਿਆਂਪਾਲਿਕਾ ਤੇ ਮਨੁੱਖੀ ਅਧਿਕਾਰ। This is a picture of Supreme Court, Judiciary and Human Rights. ਸੋ ਨਿਆਂਪਾਲਿਕਾ ਜਿਹੜੀ ਹੈ ਉਹ ਭਾਰਤ ਦੀ ਸਰਵਉੱਚ ਅਦਾਲਤ ਹੈ ਤੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਦੀ ਤਰ੍ਹਾਂ ਇਹ ਕੰਮ ਕਰਦੀ ਹੈ। ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੈਦੀ ਜਿਨ੍ਹਾਂ ਦੇ ਅਗੇਂਸਟ ਕੋਈ ਕੇਸ ਸੀ ਉਹਨਾਂ ਨੂੰ ਰਿਹਾ ਕਰਵਾਉਣਾ, ਬੰਧੂਆ ਮਜ਼ਦੂਰਾਂ ਦੀ ਰਿਹਾਈ, ਪੁਲਿਸ ਮੁਕਾਬਲੇ ਵਿੱਚ ਮਾਰੇ ਹੋਏ ਲੋਕਾਂ ਦੀ CBI ਜਾਂਚ ਕਰਾਉਣਾ, ਔਰ ਈਵਨ ਬੱਚਿਆਂ ਤੇ ਇਸਤਰੀਆਂ ਦੇ ਅਧਿਕਾਰਾਂ ਦੀ ਜਿਹੜੀ ਹੈ ਰਾਖੀ ਕਰਨਾ, ਇਸ ਦੇ ਲਈ ਨਿਆਂਪਾਲਿਕਾ ਜਿਹੜੀ ਹੈ ਸਾਡੇ ਦੇਸ਼ ਦੀ ਉਹ ਵਚਨਬੱਧ ਹੈ। ਇਹ ਅਧਿਕਾਰਾਂ ਦੇ ਪਹਿਰੇਦਾਰ ਦੀ ਤਰ੍ਹਾਂ ਕੰਮ ਕਰਦੀ ਹੈ। So Supreme Court plays role of a guardian of fundamental rights. It has passed orders to release the prisoners who are in jail since long time. Under the public interest litigation, bonded laborers have been released. Misuse of children in the jails has been stopped, and moreover it protects the rights of women and children. So Supreme Court also plays as a guardian of human rights. This is also a step by Indian government. Next ਵਧਦੇ ਹਾਂ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ, ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ। ਸੋ ਇਹ ਜਿਹੜਾ ਆਯੋਗ ਹੈ ਇਹ ਕਿਉਂ ਸਥਾਪਿਤ ਕੀਤਾ ਗਿਆ ਤਾਂ ਕਿ ਜਿਹੜੀਆਂ ਅਨੁਸੂਚਿਤ ਜਾਤੀਆਂ ਹਨ ਉਹਨਾਂ ਦੇ ਜਿਹੜੇ ਰਾਈਟਸ ਹਨ, ਹੱਕ ਹਨ, ਉਹ ਸੁਰੱਖਿਅਤ ਰਹਿ ਸਕਣ। ਸੋ 1990 ਵਿੱਚ 65ਵੀਂ ਸੋਧ ਅਧੀਨ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਲਈ ਧਾਰਾ 338 ਅਧੀਨ ਅਨੁਸੂਚਿਤ ਜਾਤੀ ਆਯੋਗ ਦੀ ਵਿਵਸਥਾ ਕੀਤੀ ਗਈ, ਔਰ ਇਸ ਆਯੋਗ ਦੇ ਵਿੱਚ ਇੱਕ ਚੇਅਰਮੈਨ, ਉਪ ਚੇਅਰਮੈਨ, 5 ਮੈਂਬਰਸ ਹੁੰਦੇ ਹਨ ਜਿਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਸੋ ਇਨ 1990 65th amendments article 338 of the constitution, a commission was established for the protections of the interests of the scheduled caste. So why this commission was established? This commission was established for the protection of the human rights of the scheduled caste, and this commission has chairman, deputy chairman and 5 members, and which are elected by the central government or the president of India. Now students, ਰਾਸ਼ਟਰੀ ਅਨੁਸੂਚਿਤ ਜਨਜਾਤੀ ਆਯੋਗ, ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਟ੍ਰਾਈਬਸ। ਸੋ ਸ਼ਡਿਊਲਡ ਟ੍ਰਾਈਬ ਦੇ ਹਿੱਤਾਂ ਲਈ, ਜਨਜਾਤੀਆਂ ਲਈ
ਵੀ ਕਮਿਸ਼ਨ ਜਿਹੜਾ ਹੈ ਉਹਦਾ ਸੰਗਠਨ ਕੀਤਾ ਗਿਆ 2003 ਵਿੱਚ 89ਵੀਂ ਸੰਵਿਧਾਨਕ ਸੋਧ ਅਧੀਨ ਅਨੁਸੂਚਿਤ ਜਨਜਾਤੀਆਂ ਦੇ ਹਿੱਤਾਂ ਦੀ ਰਾਖੀ ਲਈ ਧਾਰਾ 338 ਏ ਅਧੀਨ ਰਾਸ਼ਟਰੀ ਅਨੁਸੂਚਿਤ ਜਨਜਾਤੀ ਆਯੋਗ ਕਾਇਮ ਕੀਤਾ ਗਿਆ, ਜਿਸ ਦਾ ਮੁੱਖ ਕਾਰਨ ਕੀ ਹੈ ਕਿ ਇੱਕ ਪਹਿਰੇਦਾਰ ਦੀ ਤਰ੍ਹਾਂ ਅਨੁਸੂਚਿਤ ਜਨਜਾਤੀਆਂ ਦੇ ਹਿੱਤਾਂ ਦੀ ਰਾਖੀ ਕਰਨਾ। ਔਰ ਇਸ ਦੇ ਵਿੱਚ ਵੀ ਇੱਕ ਸਭਾਪਤੀ, ਉਪ ਸਭਾਪਤੀ ਤੇ ਕੁਝ ਮੈਂਬਰ ਹੁੰਦੇ ਹਨ ਜੋ ਕਿ ਰਾਸ਼ਟਰਪਤੀ ਨਿਯੁਕਤ ਕਰਦਾ ਹੈ, ਸੇਮ ਪੈਟਰਨ ਦੇ ਜਿਸ ਤਰ੍ਹਾਂ ਕਿ ਸ਼ਡਿਊਲਡ ਕਾਸਟ ਲਈ ਹੈ। So to protect the interest of scheduled tribe with 89th amendments made in 2003, provision is made of National Commission for Scheduled Tribes in Article 338A of the Constitution, and the main cause of the establishment of this commission is to protect the rights of the scheduled tribes. So students, it also has chairman, deputy chairman and some members which are elected by the president. Next ਵਧਦੇ ਹਾਂ, ਰਾਸ਼ਟਰੀ ਘੱਟ ਗਿਣਤੀ ਆਯੋਗ ਨੈਸ਼ਨਲ ਮਿਨੋਰਿਟੀਜ਼ ਕਮਿਸ਼ਨ। ਸੋ ਮਿਨੋਰਿਟੀਜ਼ ਕਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਜਨਰਲ ਪਾਪੂਲੇਸ਼ਨ ਨਾਲੋਂ ਜਿਹੜੀ ਪਾਪੂਲੇਸ਼ਨ ਹੈ ਬਹੁਤ ਘੱਟ ਹੁੰਦੀ ਹੈ, ਜਿਸ ਤਰ੍ਹਾਂ ਬੋਧੀ ਹਨ, ਪਾਰਸੀ ਹਨ, ਮੁਸਲਿਮਸ ਹਨ ਐਂਡ ਸਿੱਖਸ ਹਨ। ਇਹ ਸਾਡੇ ਇੰਡੀਆ ਦੇ ਵਿੱਚ ਮਿਨੋਰਿਟੀਜ਼ ਵਜੋਂ ਕੰਸੀਡਰ ਕੀਤੇ ਜਾਂਦੇ ਹਨ ਔਰ ਇਹ ਘੱਟ ਗਿਣਤੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ, ਇਹਨਾਂ ਦੇ ਲਈ ਵੀ ਇੱਕ ਆਯੋਗ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ। ਸੋ ਭਾਰਤ ਵਿੱਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ 1978 ਵਿੱਚ ਰਾਸ਼ਟਰੀ ਆਯੋਗ ਦੀ ਸਥਾਪਨਾ ਕੀਤੀ ਗਈ ਤੇ 1992 ਵਿੱਚ ਬਕਾਇਦਾ ਕਾਨੂੰਨ ਪਾਸ ਕਰਕੇ ਇਹਨੂੰ ਕਾਨੂੰਨੀ ਮਾਨਤਾ ਦਿੱਤੀ ਗਈ। ਔਰ ਇਸ ਦਾ ਵੀ ਮੁੱਖ ਮਕਸਦ ਕੀ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਹਨ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਉਹਨਾਂ ਦੀ ਹਿੱਤਾਂ ਦੀ ਲਈ ਰਾਖੀ ਕਰਨਾ, ਕਿਉਂਕਿ ਜੇ ਕਿਸੇ ਦੇ ਵੀ ਹਿੱਤ ਪ੍ਰੋਟੈਕਟਡ ਨਹੀਂ ਹਨ ਤਾਂ ਉਹ ਇਸ ਕਮਿਸ਼ਨ ਕੋਲ ਜਾ ਕੇ ਤਾਂ ਆਪਣੀ ਐਪਲੀਕੇਸ਼ਨ ਜਿਹੜੀ ਆ ਉਹ ਦੇ ਸਕਦਾ ਹੈ। So National Minority Commission was set up to protect the interests of minorities in 1978 and commission was given legal status in 1992. It has also one chairman, deputy chairman and 5 members which are elected by the center and it works as a guardian of the interests of the minorities. So ਇਹ ਕੀ ਕੰਮ ਕਰਦਾ ਹੈ ਕਿ minorities ਦੇ ਹਿੱਤਾਂ ਦੀ ਰਾਖਿਆ ਲਈ ਪਹਿਰੇਦਾਰ ਦਾ ਕੰਮ ਕਰਦਾ ਹੈ। So students, hopefully you understand well the steps taken by India to safeguard the interests of the minorities. Next is ਰਾਸ਼ਟਰੀ ਮਹਿਲਾ ਆਯੋਗ ਨੈਸ਼ਨਲ ਕਮਿਸ਼ਨ ਫਾਰ ਵੂਮਨ। ਤੁਸੀਂ ਇਹ ਪਿਕਚਰ ਦੇਖ ਰਹੇ ਹੋ ਸ਼੍ਰੀਮਤੀ ਮਨੀਸ਼ਾ ਗੁਲਾਟੀ ਦੀ, ਜੋ ਸਾਡੇ ਅੰਮ੍ਰਿਤਸਰ ਨੂੰ ਹੀ ਬਿਲੋਂਗ ਕਰਦੇ ਹਨ। ਸੋ ਇਹ ਸੈਂਟਰ ਤੇ ਸਟੇਟ ਲੈਵਲ ਤੇ ਮਹਿਲਾ ਆਯੋਗ ਜਿਹੜੇ ਹਨ ਉਹ ਸਥਾਪਿਤ ਕੀਤੇ ਗਏ ਹਨ ਐਂਡ ਸ਼੍ਰੀਮਤੀ ਮਨੀਸ਼ਾ ਗੁਲਾਟੀ ਜਿਹੜੇ ਹਨ ਉਹ ਪੰਜਾਬ ਦੇ ਮਹਿਲਾ ਆਯੋਗ ਕਮਿਸ਼ਨ ਦੀ ਚੇਅਰਪਰਸਨ ਹੈ। ਸੋ ਜਨਵਰੀ 1992 ਵਿੱਚ ਰਾਸ਼ਟਰੀ ਮਹਿਲਾ ਆਯੋਗ ਦਾ ਗਠਨ ਕੀਤਾ ਗਿਆ ਔਰ ਕਿਉਂ ਗਠਨ ਕੀਤਾ ਗਿਆ, ਇਸ ਦਾ ਮੁੱਖ ਉਦੇਸ਼ ਇਸਤਰੀਆਂ ਦੇ ਸੰਵਿਧਾਨਕ ਤੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਕਰਨਾ ਹੈ। ਸੋ ਜਿੰਨੇ ਵੀ ਆਯੋਗ ਆਪਾਂ ਡਿਸਕਸ ਕੀਤੇ ਹਨ, ਅਲੱਗ-ਅਲੱਗ 4 ਕੀਤੇ ਹਨ, ਸ਼ਡਿਊਲਡ ਟ੍ਰਾਈਬਸ ਕਮਿਸ਼ਨ, ਸ਼ਡਿਊਲਡ ਕਾਸਟ ਕਮਿਸ਼ਨ, ਦੈਨ ਮਿਨੋਰਿਟੀਜ਼ ਕਮਿਸ਼ਨ ਐਂਡ ਨੈਸ਼ਨਲ ਕਮਿਸ਼ਨ ਫਾਰ ਵੂਮਨ। ਔਰ ਇਹਨਾਂ ਦਾ ਕੀ ਕੰਮ ਹੈ ਕਿ ਇੱਕ ਪਹਿਰੇਦਾਰ ਦੀ ਤਰ੍ਹਾਂ ਕੰਮ ਕਰਦੇ ਹਨ ਕਿ ਜਿਹੜੇ ਹਿਊਮਨ ਰਾਈਟਸ ਹਨ ਇਹ ਕੈਟਾਗਰੀਜ਼ ਦੇ ਸੁਰੱਖਿਅਤ ਰਹਿ ਸਕਣ। ਸੋ ਇਸ ਤਰ੍ਹਾਂ ਹਰ ਪਰਸਨ ਜਿਹੜਾ ਹੈ ਉਹਨੂੰ ਪ੍ਰੋਟੈਕਟ ਕਰਨ ਲਈ ਜਿਹੜੇ ਹਨ ਇਹ ਮੇਜਰਸ ਜਿਹੜੇ ਹਨ ਇਹ ਚੁੱਕੇ ਗਏ ਹਨ। ਸੋ ਇਨ ਜਨਵਰੀ 1992 ਨੈਸ਼ਨਲ ਕਮਿਸ਼ਨ ਫਾਰ ਵੂਮਨ ਵਾਸ constituted for the protection of constitutional and legal rights of the women। means ਕਿ women ਜਿਹੜੀਆਂ ਹਨ ਉਹ ਇੱਥੇ ਸਮਾਜ ਵਿੱਚ ਰਹਿੰਦੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਕਮਿਸ਼ਨ ਕੋਲ ਆਪਣੀ ਐਪਲੀਕੇਸ਼ਨ ਦੇ ਥਰੂ ਆਪਣੇ ਰਾਈਟਸ ਲਈ ਲੜ ਸਕਦੀਆਂ ਹਨ। ਦੈਨ ਗੈਰ ਸਰਕਾਰੀ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਐਂਡ ਹਿਊਮਨ ਰਾਈਟਸ। ਸੋ ਸਟੂਡੈਂਟਸ, ਅੱਜ ਕੱਲ੍ਹ ਅਸੀਂ ਅੰਮ੍ਰਿਤਸਰ ਦੀ ਗੱਲ ਕਰ ਰਹੀਏ ਤਾਂ ਬਹੁਤ ਸਾਰੀਆਂ NGOs ਜਿਹੜੀਆਂ ਹਨ ਉਹ ਖੁੱਲ੍ਹੀਆਂ ਹੋਈਆਂ ਹਨ ਔਰ ਜਿਨ੍ਹਾਂ ਦਾ ਮੁੱਖ ਮਕਸਦ ਕੀ ਹੈ, ਲੋਕ ਭਲਾਈ ਲਈ ਕੰਮ ਕਰਨਾ। ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਹਨ ਇਸ ਤਰ੍ਹਾਂ ਦੀਆਂ। ਸੋ ਜਿੱਥੇ ਵੀ ਲੱਗੇ ਕਿ ਮਨੁੱਖ ਦੇ ਨਾਲ ਕੁਝ ਗਲਤ ਹੋ ਰਿਹਾ ਹੈ, ਸੋ NGOs ਵੀ ਇਸ ਟਾਈਮ ਤੇ ਘੱਟ ਨਹੀਂ ਹਨ, ਇਹ ਵੀ ਅੱਗੇ ਆ ਰਹੀਆਂ ਹਨ ਔਰ ਆਪਣਾ ਜਿਹੜਾ ਰੋਲ ਹਨ ਉਹ ਪਲੇ ਕਰ ਰਹੀਆਂ ਹਨ। ਸੋ NGOs, non government institutions, they are also playing a major role to safeguard the interest or the rights of the human beings. ਸੋ ਸਟੂਡੈਂਟਸ, ਇਹ ਅਸੀਂ ਸਟੈਪਸ ਕੀਤੇ ਜਿਹੜੇ ਕਿ ਯਤਨ ਕੀਤੇ ਜਿਹੜੇ ਕਿ ਭਾਰਤ ਜਿਹੜੇ ਹੈ ਉਸਨੇ ਲਏ ਹਨ ਮਨੁੱਖੀ ਅਧਿਕਾਰਾਂ ਦੀ ਸੰਭਾਲ ਵਾਸਤੇ, ਉਹਨਾਂ ਦੀ ਸੁਰੱਖਿਅਤ ਵਾਸਤੇ। ਸੋ ਹੋਪਫੁਲੀ ਤੁਸੀਂ ਸਾਰੇ ਸਮਝ ਗਏ ਹੋਵੋਗੇ। ਨਾਓ ਕਨਕਲੂਜਨ ਸਿੱਟਾ ਕਨਕਲੂਡ ਕੀ ਕਰਦੇ ਹਾਂ ਆਪਾਂ, ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਹਾਸਲ ਕਰਕੇ ਅਸੀਂ ਇਸ ਤੇ ਪਹੁੰਚਦੇ ਹਾਂ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ 6 ਮੁੱਢਲੇ ਅਧਿਕਾਰ ਦਿੱਤੇ ਗਏ ਹਨ
ਔਰ ਉਹ ਕਿਉਂ ਦਿੱਤੇ ਗਏ ਹਨ, ਕਿਉਂਕਿ ਉਹਨਾਂ ਤੋਂ ਬਿਨਾਂ ਕਿਸੇ ਵੀ ਵਿਅਕਤੀ ਦਾ ਵਿਕਾਸ ਜਿਹੜਾ ਹੈ ਉਹ ਸੰਭਵ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹਨ ਉਹਨਾਂ ਨੂੰ ਜ਼ਿੰਮੇਵਾਰੀ ਬਣਾਉਣ ਲਈ, ਉਹਨਾਂ ਨੂੰ ਕਲਿਆਣਕਾਰੀ ਬਣਾਉਣ ਲਈ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਹਨ ਉਹ ਵੀ ਸੰਵਿਧਾਨ ਦੇ ਵਿੱਚ ਵਰਣਨ ਕੀਤੇ ਗਏ ਹਨ, ਤਾਂ ਕਿ ਜਿਹੜੀਆਂ ਸਮੇਂ ਦੀਆਂ ਜਿਹੜੀਆਂ ਗਵਰਨਮੈਂਟਸ ਹਨ ਉਹ ਜ਼ਿੰਮੇਵਾਰ ਰਹਿਣ ਕਿ ਉਹਨਾਂ ਨੇ ਦੇਸ਼ ਦੇ ਵਿਅਕਤੀਆਂ ਲਈ ਕੀ ਕੰਮ ਕਰਨੇ ਹਨ, ਕਿਸ ਤਰ੍ਹਾਂ ਉਹ ਵਿਅਕਤੀਆਂ ਦੇ ਵਿਕਾਸ ਵਿੱਚ ਜਿਹੜਾ ਹੈ ਵੱਧ ਤੋਂ ਵੱਧ ਯੋਗਦਾਨ ਪਾ ਸਕਦੀਆਂ ਹਨ। ਸੋ after analyzing all about human rights, we can conclude that India is determined or committed to protect them, and fundamental rights and directive principles of state policy in the constitution prove the determination of India to protect the human rights, and moreover India's commitment towards to protect the human rights has also shown, because India has committed in the United Nations Organization's Declaration of Human Rights. So students, this is all about human rights, very easy topic to understand, and everyone should know their rights and how we can feel that we are living, our rights are protected. Now students, there is some assignment, ਹੋਮਵਰਕ ਅਸਾਈਨਮੈਂਟ ਹੈ ਤੁਹਾਡੇ ਵਾਸਤੇ। ਇਹ ਕੁਝ ਕੁਐਸਚਨ ਲਏ ਹਨ। ਮਨੁੱਖੀ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ ਹੈ ਆਪਾਂ ਡਿਸਕਸ ਕੀਤਾ ਹੈ। ਵੈਨ ਇਜ਼ ਹਿਊਮਨ ਰਾਈਟ ਸੈਲੀਬ੍ਰੇਟਡ ਥਰੂ ਆਊਟ ਦਾ ਵਰਲਡ, ਤੁਸੀਂ ਇਹਦਾ ਆਨਸਰ ਦਿਓਗੇ। ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀ ਪ੍ਰਬੰਧ ਕੀਤੇ ਹਨ। ਸੋ ਆਪਾਂ ਹੁਣੇ ਹੀ ਅਰੇਂਜਮੈਂਟਸ ਜਿਹੜੇ ਆਪਾਂ 4 ਕਮਿਸ਼ਨ ਡਿਸਕਸ ਕੀਤੇ ਹਨ, ਸੈਂਟਰ ਸਟੇਟ ਤੇ ਕਮਿਸ਼ਨ ਜਿਹੜੇ ਹਨ ਉਹਨਾਂ ਨੂੰ ਡਿਸਕਸ ਕੀਤਾ। ਇਸ ਤੋਂ ਇਲਾਵਾ ਨਿਆਂਪਾਲਿਕਾ, ਫੰਡਾਮੈਂਟਲ ਰਾਈਟਸ, ਡਾਇਰੈਕਟਿਵ ਪ੍ਰਿੰਸੀਪਲਸ and India's commitment towards the Declaration of Human Rights by the United Nations, ਇਹ ਸਾਰੇ ਸਟੈਪਸ ਹਨ ਜਿਹੜੇ ਕਿ ਇੰਡੀਆ ਨੇ ਕੀਤੇ ਹਨ, ਤੁਸੀਂ ਇਹ ਲਿਖ ਸਕਦੇ ਹੋ। ਦੈਨ ਮਨੁੱਖੀ ਅਧਿਕਾਰਾਂ ਦੀਆਂ ਖਾਸ ਵਿਸ਼ੇਸ਼ਤਾਵਾਂ ਜਿਹੜੀਆਂ ਕਿ ਹਰ ਸਮਾਜ ਵਿੱਚ ਇੱਕੋ ਜਿਹੀਆਂ ਹਨ ਆਪਾਂ ਡਿਸਕਸ ਕੀਤੀਆਂ ਹਨ। ਭਾਰਤ ਵਿੱਚ ਸਥਾਪਿਤ ਮਨੁੱਖੀ ਅਧਿਕਾਰ ਆਯੋਗਾਂ ਦੇ ਨਾਮ ਲਿਖੋ। ਸੋ ਅਸੀਂ 4 ਜਿਹੜੇ ਆਯੋਗ ਹਨ, 4 ਕਮਿਸ਼ਨਸ ਹਨ, ਉਹਨਾਂ ਨੂੰ ਡਿਸਕਸ ਕੀਤਾ ਹੈ। So students, hopefully you all can answer well after viewing the lecture. Thank you very much. Stay healthy and happy.